ਸਤਿ ਸ੍ਰੀ ਅਕਾਲ ਜੀ। D5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਇੰਦਰਜੀਤ ਸਿੰਘ ਟਵਾਣਾ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੋਂ। ਸੰਗਰੂਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ। ਹਾਰਡਕੋਰ ਅਪਰਾਧੀਆਂ ਲਈ ਲੁਧਿਆਣਾ 'ਚ ਬਣੇਗੀ ਡਿਜੀਟਲ ਜੇਲ੍ਹ। ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਦਾ ਹੈਰਾਨੀਜਨਕ ਖੁਲਾਸਾ। ਕਿਹਾ ਭਗਵੰਤ ਮਾਨ ਨੂੰ ਸੀਐਮ ਦੀ ਕੁਰਸੀ ਨਵਜੋਤ ਨੇ ਤੋਹਫੇ ਵਜੋਂ ਦਿੱਤੀ। ਚੰਡੀਗੜ੍ਹ ਨਗਰ ਨਿਗਮ 'ਚ ਹੋਈ ਬਹਿਸ ਤੇ ਬੋਲੇ MP ਕਰਨਖੇਰ। ਕਿਹਾ ਮੈਂ ਕਿਸੇ ਨੂੰ ਗਾਲਾਂ ਨਹੀਂ ਕੱਢੀਆਂ, ਆਪ ਆਗੂਆਂ ਨੇ PM ਨੂੰ ਕੱਢੀ ਸੀ ਗਾਲ। ਪੰਜਾਬੀ ਗਾਇਕ ਅਮਰਤ ਮਾਨ ਦੇ ਪਿਤਾ ਤੇ ਲੱਗੇ ਗੰਭੀਰ ਇਲਜ਼ਾਮ। ਜਾਲੀ ਐਸੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀ ਦਾ ਲਿਆ ਮਜ਼ਾ। ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਵਿਖੇ ਪਹੁੰਚੇ, ਜਿੱਥੇ ਉਹਨਾਂ ਨੇ ਟ੍ਰੇਨਿੰਗ ਪੂਰੀ ਕਰ ਚੁੱਕੇ 200 ਤੋਂ ਵੱਧ ਜੇਲ੍ਹ ਵਾਰਡਰਾਂ ਦੀ ਪਰੇਡ ਦੀ ਸਲਾਮੀ ਲਈ। ਇਸ ਮੌਕੇ ਭਗਵੰਤ ਮਾਨ ਨੇ ਉਹਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੁਧਿਆਣਾ ਵਿੱਚ ਛੇਤੀ ਹੀ ਡਿਜੀਟਲ ਜੇਲ੍ਹ ਬਣਾਈ ਜਾਵੇਗੀ। ਸੰਗਰੂਰ ਵਿਖੇ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਨਵੇਂ ਨਿਯੁਕਤ ਜੇਲ੍ਹ ਵਾਰਡਰਾਂ ਨੂੰ ਨਿਯੁਕਤੀ ਪੱਤਰ ਅਤੇ ਸਿੱਖਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਵੰਡੇ ਗਏ। ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 200 ਤੋਂ ਜ਼ਿਆਦਾ ਵਾਰਡਰ ਟ੍ਰੇਨਿੰਗ ਲੈ ਕੇ ਅੱਜ ਪਰੇਡ ਦੇ ਵਿੱਚ ਸ਼ਾਮਲ ਹੋਏ ਨੇ। ਇਸ ਦਰਮਿਆਨ ਉਹਨਾਂ ਕਿਹਾ ਕਿ ਅਸੀਂ ਪੁਲਿਸ ਵਿਭਾਗ ਦੇ ਵਿੱਚ ਕਈ ਤਰ੍ਹਾਂ ਦੇ ਸੁਧਾਰ ਕਰ ਰਹੇ ਹਾਂ। ਨਾਲ ਹੀ ਉਹਨਾਂ ਐਲਾਨ ਕੀਤਾ ਹੈ ਕਿ ਡਰੋਨ ਗਤੀਵਿਧੀਆਂ ਨੂੰ ਮੁੱਖ ਰੱਖਦਿਆਂ ਜਲਦੀ ਹੀ ਐਂਟੀ ਡਰੋਨ ਪਾਲਿਸੀ ਲੈ ਕੇ ਆਵਾਂਗੇ। 217 ਵਾਰਡਰਾਂ ਵੱਲੋਂ ਮੁੱਢਲੀ ਸਿਖਲਾਈ ਪੂਰੀ ਕਰਕੇ ਪਾਸਿੰਗ ਆਊਟ ਪਰੇਡ ਦੇ ਵਿੱਚ ਹਿੱਸਾ ਲਿਆ। ਬੜੇ ਮਾਣ ਵਾਲੀ ਗੱਲ ਹੈ। ਅੱਜ ਬਹੁਤ ਸਾਰੇ ਜਵਾਨਾਂ ਦੇ ਮਾਪੇ, ਉਹਨਾਂ ਦੇ ਪਰਿਵਾਰ ਦੇ ਮੈਂਬਰ, ਉਹਨਾਂ ਦੇ ਬੱਚੇ ਅੱਜ ਉਹਨਾਂ ਨੂੰ ਇਸ ਦਿਨ ਤੇ ਪਰਫਾਰਮ ਕਰਦੇ ਦੇਖ ਕੇ ਔਰ ਇੱਕ ਸੁਰਤਾ ਆਪਸ ਦੇ ਵਿੱਚ ਇੱਕਸਾਰ ਚੱਲਣ ਦੀ, ਪਰੇਡ ਦਾ ਮਤਲਬ ਹੈ ਇੱਕਸਾਰ ਚੱਲਣਾ, ਉਹ ਅੱਜ ਪਰੇਡ ਦੇਖ ਕੇ ਉਹਨਾਂ ਦੇ ਮਾਪਿਆਂ ਨੂੰ, ਉਹਨਾਂ ਦੇ ਘਰਦਿਆਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਬਹੁਤ ਖੁਸ਼ੀ ਹੋਈ ਹੋਣੀ। ਔਰ ਸਾਡੇ ਲਈ ਮਾਣ ਦੀ ਗੱਲ ਇਹ ਹੈ, ਖੁਸ਼ੀ ਦੀ ਗੱਲ ਇਹ ਹੈ ਕਿ ਉਹੀ ਜਵਾਨ ਨੇ ਜਿਹੜੇ ਦਿਨ ਰਾਤ ਸਾਡੇ ਹਥਿਆਰਾਂ ਦਾ, ਕਿਉਂਕਿ ਬਾਰਡਰ ਸਟੇਟ ਹੈ, ਰੋਜ਼ ਲੜਨਾ ਪੈਂਦਾ, ਰੋਜ਼ ਕੋਈ ਨਾ ਕੋਈ ਡਰੋਨ ਆਉਂਦਾ, ਐਂਟੀ ਡਰੋਨ ਸਿਸਟਮ ਵਾਸਤੇ ਅਸੀਂ ਬਹੁਤ ਸਾਰੀ ਟੈਕਨੋਲੋਜੀ ਜਿਹੜੀ ਲੈ ਕੇ ਆ ਰਹੇ ਹਾਂ। ਸੋ ਅਸੀਂ 100 ਕਰੋੜ ਰੁਪਇਆ ਕੇਂਦਰ ਸਰਕਾਰ ਗ੍ਰਹਿ ਮੰਤਰਾਲੇ ਤੋਂ ਅਸੀਂ ਮਨਜ਼ੂਰ ਕਰਾ ਲਿਆ। ਲੁਧਿਆਣੇ ਦੇ ਨੇੜੇ ਇੱਕ ਹਾਈ ਸਿਕਿਉਰਿਟੀ ਡਿਜੀਟਲ ਜੇਲ੍ਹ ਬਣਾਵਾਂਗੇ। ਉਹਦੇ ਵਿੱਚ ਗਰਾਊਂਡ ਫਲੋਰ ਤੇ ਕੋਰਟ ਹੋਊਗੀ, ਜੱਜਾਂ ਦੇ ਬੈਠਣ ਲਈ ਜਗ੍ਹਾ ਹੋਊਗੀ, ਜੱਜਾਂ ਦੇ ਕੈਬਨ ਹੋਣਗੇ ਉਹਨਾਂ ਦੇ ਬੈਠਣ ਲਈ, ਔਰ ਉਹਨਾਂ ਦੇ ਕਮਰਾ ਹੋਊਗਾ ਉੱਥੇ। ਉੱਪਰ ਸਾਰਾ ਕੈਦੀਆਂ ਵਾਸਤੇ ਹੋਊਗਾ। ਉੱਥੇ ਜਿਹੜੇ ਬਹੁਤ ਜ਼ਿਆਦਾ ਸਮਾਜ ਲਈ ਖਤਰਨਾਕ ਨੇ, ਹਾਰਡਕੋਰ ਕਹਿੰਦੇ ਨੇ ਜਿਨ੍ਹਾਂ ਨੂੰ, ਉਹਨਾਂ ਅਪਰਾਧੀਆਂ ਨੂੰ ਉੱਥੇ ਰੱਖਿਆ ਜਾਊਗਾ ਤਾਂ ਕਿ ਜੇਲ੍ਹ ਚੋਂ ਅਦਾਲਤ ਤੱਕ, ਅਦਾਲਤ ਤੋਂ ਜੇਲ੍ਹ ਤੱਕ ਲੈ ਕੇ ਜਾਣ ਵੇਲੇ, ਪੇਸ਼ੀ ਵੇਲੇ ਜੋ ਘਟਨਾਵਾਂ ਹੁੰਦੀਆਂ ਨੇ, ਜਾਂ ਕੋਈ ਮੋਬਾਈਲ ਫੜਾ ਦਿੰਦਾ, ਕੋਈ ਭੱਜ ਹੀ ਜਾਂਦਾ, ਉਹ ਘਟਨਾਵਾਂ ਨਾ ਹੋ ਸਕਣ। ਜੱਜ ਸਾਹਿਬ ਉੱਥੇ ਆਇਆ ਕਰਨਗੇ, ਉੱਥੇ ਹੀ ਜਿਹੜੀ ਆ ਉਹਨੂੰ ਜਿਸ 14 ਦਿਨ ਦੀ ਵਧਾਉਣੀ ਆ, 6 ਮਹੀਨੇ ਦੀ ਵਧਾਉਣੀ, ਉਹਦੀ ਪੇਸ਼ੀ ਉੱਥੇ ਹੀ ਪੈ ਜਾ ਕਰੂਗੀ, ਬਾਹਰ ਜਾਣ ਦੀ ਲੋੜ ਨਹੀਂ ਪੈਣੀ ਕਿਤੇ। ਇੱਕ ਪੁਲਿਸ ਜਿਹੜੀ ਆ ਇਕੱਲੇ ਸੜਕਾਂ ਦੇ ਸੁਰੱਖਿਆ ਵਾਸਤੇ ਇੱਕ ਬਣੇ, ਉਹਦਾ ਨਾਮ ਵੀ ਅਸੀਂ ਸੜਕ ਸੁਰੱਖਿਆ ਫੋਰਸ ਰੱਖਾਂਗੇ। ਸੜਕ ਸੁਰੱਖਿਆ ਫੋਰਸ ਬਣਾਵਾਂਗੇ ਇੱਕ ਨਵੀਂ, ਔਰ ਨਵੀਆਂ ਗੱਡੀਆਂ ਲੈ ਕੇ ਦੇਵਾਂਗੇ ਉਹਨਾਂ ਨੂੰ। ਉਹਨਾਂ ਦਾ ਕੰਮ ਸਿਰਫ ਸੜਕ ਤੇ ਕੋਈ ਰੈਸ਼ ਡਰਾਈਵਿੰਗ ਕਰ ਰਿਹਾ ਉਹਨੂੰ ਚਲਾਨ ਕਰਨਾ, ਕੋਈ ਟਰੱਕ ਖੜਾ ਹੈ ਖਰਾਬ ਹੋਇਆ ਉਹਨੂੰ ਸਾਈਡ ਤੇ ਕਰਨਾ। ਉਹਨਾਂ ਨੂੰ ਅਸੀਂ ਬੜੀਆਂ ਬੜੀਆਂ ਕਰੇਨਾਂ ਦੇ ਦਾਂਗੇ ਕਿ ਭਾਈ ਸੜਕ ਕਲੀਅਰ ਹੋਣੀ ਚਾਹੀਦੀ ਹੈ। ਉਹਨਾਂ ਨੂੰ ਉਹਨਾਂ ਦੀਆਂ ਗੱਡੀਆਂ ਦਾ ਰੰਗ ਅਲੱਗ ਹੋਊਗਾ। ਸੀਨੀਅਰ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਵੱਡਾ ਖੁਲਾਸਾ ਕੀਤਾ ਹੈ। ਉਹਨਾਂ ਦਾਅਵਾ ਕੀਤਾ ਹੈ ਕਿ ਸੀਐਮ ਭਗਵੰਤ ਮਾਨ ਦੀ ਸੀਐਮ ਦੀ ਕੁਰਸੀ ਨਵਜੋਤ ਸਿੰਘ ਸਿੱਧੂ ਨੇ ਤੋਹਫੇ ਵਜੋਂ ਭੇਟ ਕੀਤੀ ਹੈ। ਇੱਕ ਟਵੀਟ ਵਿੱਚ ਡਾਕਟਰ ਸਿੱਧੂ ਨੇ ਲਿਖਿਆ ਕਿ 2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਤੇ ਨਵਜੋਤ ਸਿੰਘ ਸਿੱਧੂ ਦੀ ਮੀਟਿੰਗ ਹੋਈ ਸੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿੱਧੂ ਜੋੜੀ ਨਾਲ ਟਕਰਾਅ ਵੱਧਦੇ ਹੀ ਜਾ ਰਹੇ ਨੇ। ਦੋ ਵਿਆਹਾਂ ਦੇ ਦਿੱਤੇ ਬਿਆਨ ਨੂੰ ਲੈ ਕੇ ਬਹਿਸ ਇੰਨੀ ਛਿੜ ਚੁੱਕੀ ਹੈ ਕਿ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਤੇ ਲਗਾਤਾਰ ਪਲਟਵਾਰ ਕੀਤਾ ਜਾ ਰਿਹਾ ਹੈ। ਹੁਣ ਇੱਕ ਵਾਰ ਫਿਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਸੰਸਦੀ ਸਕੱਤਰ ਡਾਕਟਰ ਨਵਜੋਤ ਕੌਰ ਸਿੱਧੂ ਨੇ ਟਵੀਟ ਜ਼ਰੀਏ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। ਉਹਨਾਂ ਦਾਅਵਾ ਕੀਤਾ ਹੈ ਕਿ ਭਗਵੰਤ ਮਾਨ ਨੂੰ ਸੀਐਮ ਦੀ ਕੁਰਸੀ ਨਵਜੋਤ ਸਿੰਘ ਸਿੱਧੂ ਨੇ ਤੋਹਫੇ ਵਜੋਂ ਦਿੱਤੀ ਹੈ। ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਨੇ ਇਹ ਦਾਅਵਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਵਿਚਾਲੇ ਦੋ ਵਿਆਹਾਂ ਨੂੰ ਲੈ ਕੇ ਸ਼ੁਰੂ ਹੋਈ ਟਵੀਟ ਜੰਗ ਦੇ ਜਵਾਬ ਵਿੱਚ ਦਿੱਤਾ ਹੈ। ਇਸ ਟਵੀਟ ਦੇ ਵਿੱਚ ਡਾਕਟਰ ਨਵਜੋਤ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਦਿੱਲੀ ਦੇ ਸੀਐਮ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦਾ ਵੀ ਜ਼ਿਕਰ ਕੀਤਾ ਹੈ। ਇਹ ਉਹੀ ਦੌਰ ਸੀ ਜਦੋਂ ਨਵਜੋਤ ਸਿੰਘ ਸਿੱਧੂ ਦੇ ਆਪ ਦੇ ਵਿੱਚ ਸ਼ਾਮਲ ਹੋਣ ਦੀਆਂ ਗੱਲਾਂ ਚੱਲ ਰਹੀਆਂ ਸੀ। ਡਾਕਟਰ ਨਵਜੋਤ ਕੌਰ ਨੇ ਟਵੀਟ ਵਿੱਚ ਲਿਖਿਆ, ਸੀਐਮ ਭਗਵੰਤ ਮਾਨ, ਚਲੋ ਅੱਜ ਮੈਂ ਤੁਹਾਡੇ ਖਜ਼ਾਨੇ ਵਿੱਚੋਂ ਲੁਕੇ ਇੱਕ ਰਾਜ਼ ਤੋਂ ਪਰਦਾ ਉਠਾਉਂਦੀ ਹਾਂ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਸਨਮਾਨਿਤ ਕੁਰਸੀ ਤੇ ਤੁਸੀਂ ਬੈਠੇ ਹੋ ਉਹ ਤੁਹਾਨੂੰ ਤੁਹਾਡੇ ਵੱਡੇ ਭਰਾ ਨਵਜੋਤ ਸਿੱਧੂ ਨੇ ਤੋਹਫੇ ਵਜੋਂ ਦਿੱਤੀ ਹੈ। ਤੁਹਾਡੇ ਆਪਣੇ ਸਭ ਤੋਂ ਸੀਨੀਅਰ ਨੇਤਾ ਚਾਹੁੰਦੇ ਸਨ ਕਿ ਨਵਜੋਤ ਪੰਜਾਬ ਦੀ ਅਗਵਾਈ ਕਰਨ। ਇੱਕ ਹੋਰ ਟਵੀਟ ਕਰਦਿਆਂ ਡਾਕਟਰ ਨਵਜੋਤ ਨੇ ਲਿਖਿਆ, ਕੇਜਰੀਵਾਲ ਨੇ ਸਾਡੇ ਸੂਬੇ ਪ੍ਰਤੀ ਸਿੱਧੂ ਦੇ ਜਨੂਨ ਬਾਰੇ ਜਾਣਦਿਆਂ ਪੰਜਾਬ ਦੀ ਅਗਵਾਈ ਕਰਨ ਲਈ ਵੱਖ-ਵੱਖ ਚੈਨਲਾਂ ਰਾਹੀਂ ਉਹਨਾਂ ਤੱਕ ਪਹੁੰਚ ਕੀਤੀ, ਪਰ ਕਿਉਂਕਿ ਉਹ ਆਪਣੀ ਪਾਰਟੀ ਨਾਲ ਧੋਖਾ ਨਹੀਂ ਕਰਨਾ ਚਾਹੁੰਦੇ ਸੀ ਅਤੇ ਸੋਚਦੇ ਸੀ ਕਿ ਜਦੋਂ ਪੰਜਾਬ ਨੂੰ ਉੱਚਾ ਚੁੱਕਣ ਦੀ ਰਣਨੀਤੀ ਦੀ ਗੱਲ ਆਉਂਦੀ ਹੈ ਤਾਂ ਦੋ ਮਜ਼ਬੂਤ ਦਿਮਾਗ ਵਾਲੇ ਲੋਕ ਟਕਰਾ ਸਕਦੇ ਨੇ, ਉਹਨਾਂ ਨੇ ਤੁਹਾਨੂੰ ਮੌਕਾ ਦਿੱਤਾ। ਇੱਕ ਹੋਰ ਟਵੀਟ ਕਰਦਿਆਂ ਪਤਨੀ ਨੇ ਕਿਹਾ ਕਿ ਸਿੱਧੂ ਦੀ ਇੱਕੋ ਇੱਕ ਚਿੰਤਾ ਪੰਜਾਬ ਦੀ ਭਲਾਈ ਹੈ ਅਤੇ ਉਹਨਾਂ ਨੇ ਇਸ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਤੁਸੀਂ ਸੱਚ ਦੇ ਮਾਰਗ ਤੇ ਚੱਲਦੇ ਹੋ ਅਤੇ ਉਹ ਤੁਹਾਡਾ ਸਮਰਥਨ ਕਰਨਗੇ, ਪਰ ਜਦੋਂ ਤੁਸੀਂ ਇਸ ਤੋਂ ਭਟਕੋਗੇ ਤਾਂ ਇਹ ਤੁਹਾਨੂੰ ਖੱਬੇ ਅਤੇ ਸੱਜੇ ਦੋਵਾਂ ਪਾਸਿਓਂ ਨਿਸ਼ਾਨਾ ਬਣਾਉਣਗੇ। ਪੰਜਾਬ ਦਾ ਸੁਨਹਿਰੀ ਰਾਜ ਉਹਨਾਂ ਦਾ ਸੁਪਨਾ ਹੈ ਅਤੇ ਉਹ ਇਸ ਲਈ 24 ਘੰਟੇ ਜਿਉਂਦੇ ਨੇ। ਦੱਸਣਯੋਗ ਹੈ ਕਿ ਇੱਕ ਉੱਘੇ ਪੱਤਰਕਾਰ ਨੂੰ ਵਿਜੀਲੈਂਸ ਵੱਲੋਂ ਸਮਨ ਭੇਜੇ ਜਾਣ ਤੋਂ ਬਾਅਦ ਜਲੰਧਰ ਦੇ ਵਿੱਚ ਇੱਕ ਸਰਬ ਪਾਰਟੀ ਮੀਟਿੰਗ ਸੱਦੀ ਗਈ ਸੀ, ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਸਾਧੇ ਹੋਏ ਗੱਲ ਆਖੀ ਸੀ ਕਿ ਬਦਲਾਵ ਦੇ ਨਾਮ ਤੇ ਮੁੱਖ ਮੰਤਰੀ ਨੇ ਸਿਰਫ ਦੂਜੀ ਪਤਨੀ ਲਿਆਂਦੀ ਹੈ। ਇਸ ਤੋਂ ਬਾਅਦ ਖਰੜ ਵਿਖੇ ਜੱਚਾ ਬੱਚਾ ਹਸਪਤਾਲ ਦੇ ਉਦਘਾਟਨ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋੜਵਾਂ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਸਿੱਧੂ ਦੇ ਪਿਤਾ ਨੇ ਵੀ ਦੂਜਾ ਵਿਆਹ ਕਰਵਾਇਆ ਅਤੇ ਜੇਕਰ ਸਿੱਧੂ ਦੇ ਪਿਤਾ ਬਦਲਾਅ ਨਾ ਲਿਆਂਦੇ ਤਾਂ ਸਿੱਧੂ ਵੀ ਇਸ ਦੁਨੀਆ ਦੇ ਨਾ ਆਉਂਦੇ। ਇਸ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੇ ਟਵੀਟ ਜ਼ਰੀਏ ਇਹ ਦਾਅਵਾ ਕੀਤਾ ਕਿ ਨਵਜੋਤ ਸਿੰਘ ਸਿੱਧੂ ਦੇ ਪਿਤਾ ਦਾ ਸਿਰਫ ਇੱਕੋ ਹੀ ਵਿਆਹ ਹੋਇਆ ਸੀ ਅਤੇ ਇਸ ਤੋਂ ਬਾਅਦ ਹੀ ਫਿਰ ਨਵਜੋਤ ਸਿੰਘ ਸਿੱਧੂ ਨੇ ਖੁਦ ਟਵੀਟ ਕਰਦੇ ਹੋਏ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਹਨਾਂ ਦੇ ਪਿਤਾ ਦਾ ਵਿਆਹ 40 ਸਾਲਾਂ ਦੀ ਉਮਰ ਵਿੱਚ ਸਿਰਫ ਇੱਕ ਵਾਰ ਹੋਇਆ ਸੀ, ਜਦਕਿ ਉਹਨਾਂ ਦੀ ਮਾਤਾ ਦਾ 2 ਵਾਰ ਵਿਆਹ ਹੋਇਆ ਸੀ, ਜਿਨ੍ਹਾਂ ਦੀਆਂ ਪਹਿਲਾਂ ਤੋਂ ਹੀ 2 ਬੇਟੀਆਂ ਸਨ। ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ 2 ਵਿਆਹਾਂ ਨੂੰ ਲੈ ਕੇ ਛਿੜੀ ਇਹ ਜੰਗ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਨਵਾਂ ਮੋੜ ਲੈਂਦੀ ਹੈ। ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਕੇਂਦਰੀ ਮੰਤਰੀ ਨਾਲ ਵੈਲਨੈਸ ਸੈਂਟਰ ਦਾ ਉਦਘਾਟਨ ਕਰ ਪਹੁੰਚੇ। ਇਸ ਮੌਕੇ ਚੰਡੀਗੜ੍ਹ ਸਦਨ ਹਾਊਸ ਵਿੱਚ ਹੋਈ ਆਮ ਆਦਮੀ ਪਾਰਟੀ ਨਾਲ ਬਹਿਸ ਤੇ ਉਹਨਾਂ ਨੇ ਬੋਲਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੌਂਸਲਰ ਮੂਰਖ ਹੈ। ਲੰਘੇ ਮੰਗਲਵਾਰ ਨੂੰ ਚੰਡੀਗੜ੍ਹ ਨਗਰ ਨਿਗਮ ਦੀ ਹਾਊਸ ਮੀਟਿੰਗ ਦੇ ਵਿੱਚ ਡੱਡੂ ਮਾਜਰਾ ਦੇ ਡੰਪਿੰਗ ਗਰਾਊਂਡ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅਤੇ ਵਿਰੋਧੀ ਧਿਰਾਂ ਦੇ ਵਿੱਚ ਤਿੱਖੀ ਬਹਿਸ ਹੋ ਗਈ। ਹੰਗਾਮਾ ਇਸ ਕਦਰ ਵੱਧ ਗਿਆ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਨੇਤਾ ਪਰਸਨਲ ਅਟੈਕ ਤੇ ਆ ਗਏ। ਇਸ ਮੌਕੇ ਆਪ ਕੌਂਸਲਰ ਜਸਬੀਰ ਲਾਡੀ ਨੇ ਸਾਂਸਦ ਕਿਰਨ ਖੇਰ ਤੇ ਗਾਲੀ ਗਲੋਚ ਕਰਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਖਿਲਾਫ ਗਲਤ ਸ਼ਬਦਾਵਲੀ ਵਰਤਣ ਦਾ ਦੋਸ਼ ਲਗਾਇਆ। ਨਾਲ ਹੀ ਉਹਨਾਂ ਇਹ ਵੀ ਇਲਜ਼ਾਮ ਲਗਾਏ ਨੇ ਕਿ ਸਾਂਸਦ ਕਿਰਨ ਖੇਰ ਨੇ ਉਹਨਾਂ ਦੇ ਧਾਰਮਿਕ ਚਿੰਨ੍ਹ ਤੇ ਗਲਤ ਟਿੱਪਣੀ ਕੀਤੀ ਹੈ, ਜਿਸ ਦੀ ਸ਼ਿਕਾਇਤ ਉਹ ਸ੍ਰੀ ਅਕਾਲ ਤਖਤ ਸਾਹਿਬ ਕੋਲ ਕਰਨਗੇ। ਇਸ ਮਾਮਲੇ ਦੇ ਵਿੱਚ ਜਦੋਂ ਪੱਤਰਕਾਰਾਂ ਨੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਸਾਰੇ ਮੁੱਦੇ ਤੇ ਆਪਣਾ ਸਪਸ਼ਟੀਕਰਨ ਦਿੱਤਾ। ਨਾਲ ਹੀ ਉਹਨਾਂ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਵੀ ਨਕਾਰਿਆ। ਭਾਰਤ ਕੇ ਦਿੰਦੇ ਰਹੋ, ਮੈਂ ਇਹਦੇ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੀ। ਮੈਂ ਕਦੇ ਕਿਸੇ ਦੇ ਧਰਮ ਦੇ ਬਾਰੇ ਕੁਝ ਨਹੀਂ ਕਿਹਾ ਅੱਜ ਤਾਈਂ, ਤੇ ਨਾ ਮੈਂ ਕਹੂੰਗੀ। ਤੇ ਜਿਹਦੇ ਧਰਮ ਦੀ ਬਾਰੇ ਗੱਲ ਕਰਦਾ ਉਸ ਧਰਮ, ਉਹ ਮੇਰਾ ਵੀ ਧਰਮ ਹੈ। ਜੱਟਾਂ ਦੀ ਧੀ ਆ, ਮੈਂ ਸੰਧੂ ਆ। ਤੁਸੀਂ ਇਹਨਾਂ ਦਾ ਦੇਖਿਆ ਨਹੀਂ ਇਹ ਕਰਦੇ ਕੀ ਹੈ ਹਾਊਸ ਵਿੱਚ? ਕਦੇ ਦੇਖਿਆ ਪਹਿਲਾਂ ਜਦੋਂ ਕਾਂਗਰਸ ਸੀ ਤੇ ਬੀਜੇਪੀ ਸੀ, ਕਦੇ ਦੇਖਿਆ ਇਹੋ ਜਿਹੇ ਨਜ਼ਾਰੇ ਜੋ ਇਹ ਕਰਦੇ ਆ ਜਾਂ ਕਰਵਾਉਂਦੇ ਆ? ਪਲੀਜ਼, ਮੇਰੇ ਅੰਦਰ ਬੈਠੇ ਹਰ ਚੀਜ਼ ਰਿਕਾਰਡ ਨਹੀਂ ਹੋ ਪਾਉਂਦੀ। ਬਹੁਤ ਬਕਵਾਸ ਕਰਦੇ ਆ, ਬਹੁਤ ਗਲਤ ਬਾਤ ਹੈ, ਬਹੁਤ ਗਲਤ ਬਾਤ ਹੈ। ਲੇਕਿਨ ਕੋਈ ਪ੍ਰਧਾਨ ਮੰਤਰੀ ਨੂੰ ਗਾਲ ਕੱਢੇਗਾ, ਉਹਦੇ ਬਾਅਦ ਉਹਦਾ ਬਹਾਨਾ ਮਾਰ ਰਿਹਾ ਕਿ ਮੈਡਮ ਨੇ ਕੇਜਰੀਵਾਲ ਕੋ ਗਾਲੀ ਨਿਕਾਲੀ ਤਾਂ ਮੈंने ਪ੍ਰਧਾਨ ਮੰਤਰੀ ਗਾਲ। ਵਾਹ, ਤੈਨੂੰ ਤਮਗਾ ਦੇ ਦਈਏ ਅਸੀਂ, ਤੂੰ ਇਹੋ ਜਿਹੀਆਂ ਗੱਲਾਂ ਕਰਨ ਡਿਆ। बकवास कितने देती मैं केजरीवाल ने गाड़ी कट के दिखाने? कोई नहीं है कहीं भी प्रिसाइडिंग ऑफिसर। इन्होंने अपने पाँव पर कुल्हाड़ी मारी है और उसके बाद ये खिसियानी बिल्ली खंबा नोचे वाला काम है। इनको जवाब नहीं देना आ रहा अपनी पार्टी को कि ये निकाले क्यों गए हैं वहाँ से। ये बेवकूफ़ है क्या? समझदार आदमी है, मतलब मुझे लगता है समझदार है, मैं जानती नहीं इसको पर्सनली।
खड़ा होके गंदी गाली दे रहा हाउस के अंदर, आप बताइए कौन देगा ऐसे? कि गई आ क्योंकि रौला पैन दिया सी ते वो कह रहा सी कि लोगों के टैक्स पेयर के पैसे बर्बाद हो रहे हैं। तो मैं उन्होंने कहन गई कि जी केजरीवाल ने शीश महल बनाया है, वो टैक्स पेयर के लोगों का की बर्बादी नहीं है? तुसी मैनूं दसो। ਉਹਦੇ ਚ ਇਹਨੂੰ ਅੱਗ ਲੱਗੀ ਨੇ ਪ੍ਰਧਾਨ ਮੰਤਰੀ ਨੂੰ ਗਾਲ ਕੱਢਤੀ ਤੇ ਮੈਂ ਤਾਂ ਆਪਣੇ ਆਪ ਨੂੰ ਬਹੁਤ ਕੰਟਰੋਲ ਕੀਤਾ ਹੈ। ਮੈਂ ਤਾਂ ਆਪਣੀ ਮੁੱਠੀਆਂ ਬੰਦ ਕਰਕੇ ਖੜੀ ਹੋ ਗਈ। ਕੋਈ ਹੋਰ ਮੇਰੀ ਥਾਂ ਹੁੰਦਾ ਤੇ ਕੋਈ ਬੰਦਾ ਹੁੰਦਾ ਤਾਂ ਪਤਾ ਨਹੀਂ ਕੀ ਕਰਨਾ ਸੀ। ਉਥੇ ਦੂਜੇ ਪਾਸੇ ਆਪ ਨੇਤਾਵਾਂ ਅਤੇ ਸਾਂਸਦ ਕਿਰਨ ਖੇਰ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਏ ਗਏ ਨੇ ਕਿ ਆਪ ਨੇਤਾਵਾਂ ਨੇ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਈ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ, ਜਿਸ ਤੋਂ ਬਾਅਦ ਮੇਅਰ ਅਨੂਪ ਗੁਪਤਾ ਨੇ ਸਾਰੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਸਸਪੈਂਡ ਕਰਕੇ ਸਦਨ ਤੋਂ ਬਾਹਰ ਕੱਢ ਦਿੱਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਮਲੇਰਕੋਟਲਾ ਦੇ ਤੋਲੇਵਾਲ ਵਿਖੇ ਰੀਜਨਲ ਡਰਾਈਵਿੰਗ ਟ੍ਰੇਨਿੰਗ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਮਲੇਰਕੋਟਲਾ ਤੋਂ ਵਿਧਾਇਕ ਮੁਹੰਮਦ ਜ਼ਮੀਲ ਉਰ ਰਹਿਮਾਨ ਹਾਜ਼ਰ ਰਹੇ। ਪੰਜਾਬ ਸਰਕਾਰ ਗੋਇੰਦਵਾਲ ਥਰਮਲ ਪਲਾਂਟ ਖਰੀਦਣ ਦੀ ਤਿਆਰੀ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸੰਬੰਧੀ ਵੱਡਾ ਐਲਾਨ ਕੀਤਾ ਹੈ। ਉਹਨਾਂ ਆਖਿਆ ਕਿ ਕੁਝ ਸਰਕਾਰਾਂ ਸਰਕਾਰੀ ਸੰਪਤੀ ਵੇਚਦੀਆਂ ਸੀ, ਪਰ ਅਸੀਂ ਪ੍ਰਾਈਵੇਟ ਖਰੀਦ ਰਹੇ ਹਾਂ। ਨਾਲ ਹੀ ਉਹਨਾਂ ਕਿਹਾ ਕਿ ਗੋਇੰਦਵਾਲ ਥਰਮਲ ਪਲਾਂਟ ਦੇ ਲਈ ਪੰਜਾਬ ਸਰਕਾਰ ਵੀ ਟੈਂਡਰ ਪਾਵੇਗੀ। ਇਹ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਲੇਰਕੋਟਲਾ ਵਿਖੇ ਰੀਜਨਲ ਡਰਾਈਵਿੰਗ ਟ੍ਰੇਨਿੰਗ ਕੇਂਦਰ ਦਾ ਉਦਘਾਟਨ ਕਰਨ ਮੌਕੇ ਕੀਤਾ। ਰੀਜਨਲ ਡਰਾਈਵਿੰਗ ਸੈਂਟਰ ਜਿੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਡਰਾਈਵਿੰਗ ਸਿਖਲਾਈ ਦੀ, ਉਹ ਤੋਲੇਵਾਲ ਦੀ ਧਰਤੀ ਤੇ ਅੱਜ ਤਿਆਰ ਹੋਇਆ ਔਰ ਬਹੁਤ ਡਿਜੀਟਲ ਤੇ ਅਪਡੇਟਡ, ਕਿਉਂਕਿ ਜ਼ਮਾਨੇ ਮੁਤਾਬਕ ਚੱਲਣਾ ਪਊਗਾ, ਸਮੇਂ ਦੇ ਹਾਣੀ ਬਣਨਾ ਪਊਗਾ। ਸੜਕਾਂ ਵੱਡੀਆਂ ਹੋ ਗਈਆਂ, ਗੱਡੀਆਂ ਦੀਆਂ ਸਪੀਡਾਂ ਤੇਜ਼ ਹੋ ਗਈਆਂ ਔਰ ਗੱਡੀਆਂ ਟ੍ਰੈਫਿਕ ਵੱਧ ਗਈ ਤਾਂ ਫਿਰ ਆਏ ਦਿਨ ਇਹੋ ਜਿਹੇ ਦਰਦਨਾਕ ਹਾਦਸਿਆਂ ਦੀਆਂ ਖਬਰਾਂ ਆਉਂਦੀਆਂ ਨੇ ਜਿਹੜੇ ਕਿ ਰੋਕੇ ਜਾ ਸਕਦੇ ਨੇ। ਸੋ ਅਸੀਂ ਆ ਜਿਹੜਾ ਟ੍ਰੇਨਿੰਗ ਸੈਂਟਰ ਖੋਲ ਰਹੇ ਹਾਂ, ਇਸ ਤਰ੍ਹਾਂ ਦੇ ਹੋਰ ਖੋਲਾਂਗੇ ਤਾਂ ਕਿ ਡਰਾਈਵਰ ਨੂੰ ਪਤਾ ਹੋਵੇ, ਗੱਡੀ ਚਲਾ ਰਿਹਾ ਹੋ, कि मैं खुद भी बहुत सारी जिम्मेवारी लेके जा रहा तो सामने आने वाले भी वही जिम्मेवारी समझण। किन्नियां अणहोइयां मौतां होइयां ने इन्हां कलमां करके। टैलेंटेड बंदे, क्योंकि एक्सीडेंट जिहड़ा ना वो देखदा नहीं हैगा कि गड्डी 'च कौन बैठा है। साडे पूर्व राष्ट्रपति ਗਿਆਨੀ ਜੈਲ ਸਿੰਘ जी, बड़े बड़े सिंगर, बड़े बड़े साहित्यकार, सो एक्सीडेंट ने नहीं देखना, सुनो पर घटाया जा सकता है। जो जसपाल भट्टी जी की डेथ हुई सी एक्सीडेंट, उदों सरकार ने, पंजाब की सरकार ने 138 के लगभग ब्लैक स्पॉट कह लो, ब्लाइंड स्पॉट कह लो, खतरनाक मोड़ कह लो या खतरनाक जगह, वो 138 की पछाण की सी। बस पछाण ही की सी, बस ਕੀਤਾ ਕੁਛ ਨਹੀਂ, ਪਛਾਣ ਕਰ ਲਈ। ਅਸੀਂ ਗੌਰਮੈਂਟ ਵਾਲੇ ਪਾਸਿਓਂ ਅਸੀਂ ਵੀ ਜ਼ਿੰਮੇਵਾਰੀ ਸਮਝਾਂਗੇ। ਇਕੱਲਾ ਮੈਂ ਡਰਾਈਵਰਾਂ ਨੂੰ ਦੋਸ਼ ਨਹੀਂ ਦਿੰਦਾ, ਸਿਸਟਮ ਦੇ ਵਿੱਚ ਸੜਕਾਂ ਤੇ ਉਹ ਖਤਰਨਾਕ ਮੋੜ ਜਿਹੜੇ ਨੇ ਉਹ ਠੀਕ ਕਰ ਦਿੱਤੇ ਜਾਣ, ਬਹੁਤ ਜ਼ਿੰਦਗੀਆਂ ਬਚ ਜਾਣਗੀਆਂ। ਦੱਸਣਯੋਗ ਹੈ ਕਿ ਇਸ ਉਦਘਾਟਨ ਸਮਾਰੋਹ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਮਲੇਰਕੋਟਲਾ ਦੇ ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ ਹਾਜ਼ਰ ਸਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਰੀਜਨਲ ਡਰਾਈਵਿੰਗ ਟ੍ਰੇਨਿੰਗ ਕੇਂਦਰ ਬਹੁਤ ਡਿਜੀਟਲ ਅਤੇ ਅਪਡੇਟ ਹੈ, ਕਿਉਂਕਿ ਜ਼ਮਾਨੇ ਮੁਤਾਬਿਕ ਚੱਲਣਾ ਪਵੇਗਾ ਅਤੇ ਸਮੇਂ ਦੇ ਹਾਣੀ ਬੰਨਣਾ ਪਵੇਗਾ। ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬ੍ਰੇਕ ਤੋਂ ਬਾਅਦ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ। ਵੱਧਦੇ ਹਾਂ ਅਗਲੀ ਖਬਰ ਵੱਲ।
ਸ਼੍ਰੋਮਣੀ ਅਕਾਲੀ ਦਲ ਤੋਂ ਮੂੰਹ ਮੋੜਨ ਵਾਲੇ ਸਿਆਸੀ ਆਗੂ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਲੱਗੇ ਨੇ। ਇਸ ਸਦਕਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਨਿੱਘਾ ਸਵਾਗਤ ਕੀਤਾ ਹੈ। ਇਸ ਮੌਕੇ ਉਹਨਾਂ ਮਾਫੀ ਮੰਗਦੇ ਹੋਏ ਅਪੀਲ ਕੀਤੀ ਹੈ ਕਿ ਜੋ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਜਾ ਰਿਹਾ ਹੈ ਉਹ ਵਾਪਸ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਜਾਵੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਤੇ ਨਿੱਘਾ ਸਵਾਗਤ ਕੀਤਾ ਹੈ। ਇਹਨਾਂ ਦੋਵਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਵੇਲੇ ਬੀਬੀ ਜਗੀਰ ਕੌਰ ਦੀ ਉਮੀਦਵਾਰੀ ਦੀ ਹਮਾਇਤ ਕੀਤੀ ਸੀ। ਉਹਨਾਂ ਨੇ ਪਾਇਲ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਜੱਲਾ ਅਤੇ ਅੰਬਾਲਾ ਤੋਂ ਮੈਂਬਰ ਅਮਰੀਕ ਸਿੰਘ ਜਨੈਤਪੁਰਾ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਉਹਨਾਂ ਨੂੰ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਬੀਬੀ ਜਗੀਰ ਕੌਰ ਦੀ ਉਮੀਦਵਾਰੀ ਦੀ ਹਮਾਇਤ ਕਰਨ ਵਾਲੇ 10 ਤੋਂ 15 ਹੋਰ ਸ਼੍ਰੋਮਣੀ ਕਮੇਟੀ ਮੈਂਬਰ ਆਉਂਦੇ ਦਿਨਾਂ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲੈਕਸ਼ਨ ਹੋਇਆ ਸੀ, ਬੀਬੀ ਜਗੀਰ ਕੌਰ ਜੀ ਇਲੈਕਸ਼ਨ ਖੜੇ ਹੋਏ ਸੀ। ਉਹਨਾਂ ਨੂੰ ਪੂਰੀ ਸਪੋਰਟ ਬੀਜੇਪੀ ਤਰਫੋਂ ਸਾਰੇ ਇਕੱਠੇ ਹੋ ਕੇ ਉਹ ਲੱਗੇ ਸੀ। ਉਸ ਟਾਈਮ ਉਹਨਾਂ ਨੂੰ 42 ਮੈਂਬਰਾਂ ਦੀ ਸਪੋਰਟ ਪਿਛਲੇ 3-4 ਦਿਨਾਂ 'ਚ ਉਹਨਾਂ 'ਚੋਂ ਕਈ ਮੈਂਬਰ ਸਾਡੇ ਕੋਲੇ ਵਾਪਸ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹੈ। 2 ਮੈਂਬਰ ਜੱਲਾ ਸਾਹਿਬ ਤੇ ਜਿਹੜੇ ਬੀਜੇਪੀ ਸ਼ਾਮਲ ਹੋ ਗਏ ਸੀ, ਉਹਦੇ ਬਾਅਦ ਉਹਨਾਂ ਨੇ ਸਪੋਰਟ ਬੀਬੀ ਜਗੀਰ ਕੌਰ ਨੂੰ ਕੀਤੀ ਸੀ ਤੇ ਆਪਣੇ ਸਰਦਾਰ ਅਮਰੀਕ ਸਿੰਘ ਜੀ ਜਿਨ੍ਹਾਂ ਨੂੰ ਉਦੋਂ ਉਹਨਾਂ ਨੇ ਬੀਬੀ ਜਗੀਰ ਕੌਰ ਜੀ ਨੂੰ ਸਪੋਰਟ ਕੀਤੀ ਸੀ, ਦੋਨਾਂ ਨੇ ਫੈਸਲਾ ਕੀਤਾ ਕਿ ਉਦੋਂ ਉਹਨਾਂ ਦੇ ਗਲਤ ਫੈਸਲਾ ਹੋ ਗਿਆ ਤੇ ਉਹ ਵਾਪਸ ਜੱਲਾ ਸਾਹਿਬ ਤਾਂ ਵਾਪਸ ਬੀਜੇਪੀ ਨੂੰ ਛੱਡ ਕੇ ਅਕਾਲੀ ਦਲ ਸ਼ਾਮਲ ਹੋਏ। ਜੈਂਤੀਪੁਰ ਸਾਹਿਬ ਨੇ ਕਿਹਾ ਕਿ ਮੈਂ ਪਹਿਲੇ ਹੀ ਹੁਣ ਮੈਂ ਪੱਕਾ ਅਕਾਲੀ ਦਲ ਹੈ ਰਹਿਣਾ, ਭਾਵੇਂ ਇੰਡੀਪੈਂਡੈਂਟ ਜਿੱਤੇ ਸੀ। ਤੇ ਵਾਪਸ ਉਹਨਾਂ ਨੇ ਧਾਮੀ ਸਾਹਿਬ ਦੀ ਅਗਵਾਈ ਵਿੱਚ ਉਹਨਾਂ ਨੇ ਪੂਰਾ ਪਾਰਟੀ ਨੂੰ ਤਗੜਾ ਕਰਨ ਵਾਸਤੇ ਉਹਨਾਂ ਨੇ ਫੈਸਲਾ ਕੀਤਾ ਹੈ। ਇੰਨਾ ਹੀ ਨਹੀਂ, ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਸਾਲਾਂ ਦੌਰਾਨ ਅਕਾਲੀ ਦਲ ਛੱਡ ਕੇ ਗਏ ਸਾਰੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਾਂ ਪਾਰਟੀ ਦੇ ਵਿੱਚ ਮੁੜ ਸ਼ਾਮਲ ਹੋ ਜਾਣ। ਉਹਨਾਂ ਕਿਹਾ ਕਿ ਜੇਕਰ ਮੇਰੇ ਤੋਂ ਕੋਈ ਗਲਤੀ ਹੋਈ ਹੋਵੇ ਤਾਂ ਮੈਂ ਉਸ ਲਈ ਮਾਫੀ ਮੰਗਦਾ ਹਾਂ, ਪਰ ਪੰਥ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚਣ ਵਾਲੀਆਂ ਤਾਕਤਾਂ ਨੂੰ ਮਾਤ ਪਾਉਣ ਲਈ ਸਾਡਾ ਇਕਜੁੱਟ ਹੋਣਾ ਬਹੁਤ ਜ਼ਰੂਰੀ ਹੈ। ਅਗਲੇ ਥੋੜੇ ਦਿਨਾਂ 'ਚ ਤਕਰੀਬਨ 15-20 ਹੋਰ ਐਸਜੀਪੀਸੀ ਮੈਂਬਰ ਵਾਪਸ ਸ਼੍ਰੋਮਣੀ ਅਕਾਲੀ ਦਲ ਵਿੱਚ ਆ ਰਹੇ ਹਨ, ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਆਹ ਜਿਹੜੀਆਂ ਤਾਕਤਾਂ ਹੈ ਉਹਨਾਂ ਦੀ ਕੰਮ, ਉਹਨਾਂ ਤਾਕਤਾਂ ਦਾ ਗੁਰੂ ਘਰ ਦੀ ਸੇਵਾ ਨਹੀਂ ਹੈ। ਗੁਰੂ ਘਰ ਨੂੰ ਕਮਜ਼ੋਰ ਕਰਨਾ, ਖਾਲਸਾ ਪੰਥ ਨੂੰ ਕਮਜ਼ੋਰ ਕਰਨਾ। ਸੋ ਮੈਂ ਬਾਕੀ ਵੀ ਮੈਂਬਰਸ ਨੂੰ ਅਪੀਲ ਕਰਦਾ ਹੈ ਕਿ ਆਪਾਂ ਉਹਨਾਂ ਤਾਕਤਾਂ ਤੋਂ ਬਚੀਏ ਜਿਹੜੀਆਂ ਕੌਮ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ। ਤੇ ਮੈਂ ਸਾਰੇ ਬਾਕੀ ਵੀ ਲੀਡਰ ਜੋ ਅਕਾਲੀ ਦਲ ਛੱਡ ਕੇ ਦੂਜੀਆਂ ਪਾਰਟੀਆਂ 'ਚ ਗਏ ਹੈ ਉਹਨਾਂ ਨੂੰ ਅਪੀਲ ਕਰਦਾ ਹੈ, ਆਓ ਵਾਪਸ ਘਰ ਆਓ। ਤੁਹਾਨੂੰ ਜੇ ਮੈਥੋਂ ਕੋਈ ਗਲਤੀ ਹੋਈ ਮੈਂ ਉਹਦੀ ਮਾਫੀ ਵੀ ਮੰਗ ਲੈਣਾ, ਪਰ ਮੈਂ ਚਾਹਣਾ ਕਿ ਆਪਣੀ ਮਾਂ ਪਾਰਟੀ ਤਕੜੀ ਹੋਏ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤਕੜਾ ਹੈ, ਖਾਲਸਾ ਪੰਥ ਤਕੜਾ ਹੈ, ਪੰਜਾਬ ਤਕੜਾ ਹੈ ਤੇ ਪੰਜਾਬੀਅਤ ਤਕੜੀ ਹੈ। ਸਾਰੇ ਇੱਥੇ ਦੱਸਣਯੋਗ ਹੈ ਕਿ ਜਲਦ ਐਸਜੀਪੀਸੀ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣ ਤੋਂ ਪਹਿਲਾਂ ਬੀਬੀ ਜਗੀਰ ਕੌਰ ਦੀ ਹਮਾਇਤ ਕਰਨ ਵਾਲੇ ਆਗੂਆਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੁੜ ਤੋਂ ਸ਼ਾਮਲ ਹੋਣਾ ਬੀਬੀ ਜਗੀਰ ਕੌਰ ਨੂੰ ਕਿਤੇ ਨਾ ਕਿਤੇ ਕੋਈ ਵੱਡਾ ਝਟਕਾ ਦੇ ਸਕਦਾ ਹੈ। ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਪਿਤਾ ਸਰਬਜੀਤ ਸਿੰਘ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ। ਉਹਨਾਂ ਉੱਤੇ ਇਲਜ਼ਾਮ ਹੈ ਕਿ ਉਹਨਾਂ ਵੱਲੋਂ ਐਸਸੀ ਦਾ ਸਰਟੀਫਿਕੇਟ ਬਣਾ ਕੇ ਸਿੱਖਿਆ ਵਿਭਾਗ ਵਿੱਚ ਨੌਕਰੀ ਕਰਕੇ ਰਿਟਾਇਰਮੈਂਟ ਲਈ ਗਈ ਹੈ। ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਪਿਤਾ ਸਰਬਜੀਤ ਸਿੰਘ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਜਾਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਬਣਾ ਕੇ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਸਰਕਾਰੀ ਨੌਕਰੀ ਹਾਸਲ ਕਰਨ ਅਤੇ ਰਿਟਾਇਰਮੈਂਟ ਤੱਕ ਸੇਵਾ ਦਾ ਆਨੰਦ ਲੈਣ ਦੇ ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਪਿਤਾ ਸਰਬਜੀਤ ਸਿੰਘ ਦੇ ਦੋਸ਼ ਲੱਗੇ ਨੇ, ਜਿਸ ਦਾ ਸਖਤ ਨੋਟਿਸ ਲੈਂਦਿਆਂ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਹੁਕਮਾਂ ਤੇ NCSC ਦੇ ਚੇਅਰਮੈਨ ਵਿਜੇ ਸਾਂਪਲਾ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 15 ਦਿਨਾਂ के अंदर कार्रवाई रिपोर्ट पेश करने की है। ऐसा है कि इलेक्ट्रॉनिक मीडिया और प्रिंट मीडिया में एक खबर चल रही है कि जिसमें ये बताया गया कि एक जिसका आप नाम ले रहे हैं अमृत मान जी के पिताजी ने एक सर्विस से रिटायर हुए शिक्षा विभाग से, और उन्होंने जो नौकरी ली है वो अनुसूचित जाति
का प्रमाण पत्र के अनुसार ली गई है, जबकि उनका कहना है मीडिया में ही जो खबर छपी है कि वो अनुसूचित जाति से संबंधित नहीं है, वो जाट समुदाय से है। और अगर अनुसूचित जाति का उन्होंने प्रमाण पत्र दे के नौकरी ली गई है तो वह अवैध होती है। तो इसलिए हमने पंजाब सरकार से पूछा है कि तथ्यों की जानकारी मांगी है कि इसमें हकीकत क्या है, और इसके लिए हमने शिक्षा विभाग के सचिव और सामाजिक न्याय व अधिकारिता के सचिव को हमने पत्र लिखकर ये पूछा है कि इसमें सही तथ्य क्या है, हमें बताया जाए। उनको 15 दिन का हमने नोटिस दिया है, और जैसे ही नोटिस का जवाब आएगा उसके बाद ही अगली कार्रवाई क्या हो सकती है तभी हम बता पाएंगे। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਨੌਕਰੀ ਪਾਉਣ ਦੇ ਲਈ ਝੂਠਾ ਐਸੀ ਸਰਟੀਫਿਕੇਟ ਬਣਾਉਣ ਵਾਲੇ ਸਰਬਜੀਤ ਸਿੰਘ ਦੇ ਬਾਰੇ NCST ਨੂੰ ਖਬਰਾਂ ਦੇ ਰਾਹੀਂ ਸੂਚਨਾ ਮਿਲੀ ਸੀ। ਰਿਪੋਰਟਾਂ ਮੁਤਾਬਿਕ ਫਰੀਦਕੋਟ ਜ਼ਿਲ੍ਹੇ ਦੀ ਤਹਿਸੀਲ ਕੋਟਕਪੁਰਾ ਖੇਤਰ ਦੇ ਪਿੰਡ ਖਾਰਾ ਦੇ ਵਸਨੀਕ ਸਰਬਜੀਤ ਸਿੰਘ ਨੇ 1999 ਦੇ ਵਿੱਚ ਇੱਕ ਗਣਿਤ ਅਧਿਆਪਕ ਦੀ ਅਨੁਸੂਚਿਤ ਜਾਤੀ ਦੀ ਰਾਖਵੀਂ ਨੌਕਰੀ ਲੈਣ ਲਈ ਇੱਕ ਜਾਲੀ ਐਸੀ ਸਰਟੀਫਿਕੇਟ ਪੇਸ਼ ਕੀਤਾ ਸੀ, ਜਿਸ ਨੂੰ ਸੂਬਾ ਸਰਕਾਰ ਨੇ ਪ੍ਰਵਾਨਗੀ ਵੀ ਦੇ ਦਿੱਤੀ ਸੀ। ਉਸ ਸਮੇਂ ਦੌਰਾਨ ਪੰਜਾਬ ਦੇ ਸਕੂਲਾਂ ਵਿੱਚ 252 ਅਧਿਆਪਨ ਅਸਾਮੀਆਂ ਸੀ, ਜਿਨ੍ਹਾਂ ਵਿੱਚੋਂ 25% ਸੀਟਾਂ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ ਰਾਖਵੀਆਂ ਰੱਖੀਆਂ ਗਈਆਂ ਸੀ, ਜਿਸ ਦਾ ਫਾਇਦਾ ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਪਿਤਾ ਸਰਬਜੀਤ ਸਿੰਘ ਨੇ ਚੁੱਕਿਆ ਅਤੇ ਉਹਨਾਂ ਨੇ ਰਿਟਾਇਰਮੈਂਟ ਤੱਕ ਇਸ ਸੇਵਾ ਦਾ ਆਨੰਦ ਲਿਆ। ਪਰ ਹੁਣ ਜਦੋਂ ਇਹ ਖਬਰਾਂ ਸਾਹਮਣੇ ਆਈਆਂ ਤਾਂ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਹੁਕਮਾਂ ਤੇ NCST ਦੇ ਚੇਅਰਮੈਨ ਵਿਜੇ ਸਾਂਪਲਾ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ 15 ਦਿਨਾਂ ਦੇ ਅੰਦਰ ਕਾਰਵਾਈ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਵੱਲੋਂ ਲਗਾਇਆ ਗਿਆ ਧਰਨਾ ਮਰਨ ਵਰਤ ਵਿੱਚ ਤਬਦੀਲ ਹੋ ਗਿਆ ਹੈ। ਬੀਤੀ ਦੇਰ ਰਾਤ ਕਿਸਾਨ ਮੋਰਚੇ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਉੱਤੇ ਬੈਠ ਗਏ। ਉਹਨਾਂ ਦੇ ਨਾਲ 3 ਹੋਰ ਆਗੂ ਮਰਨ ਵਰਤ ਉੱਤੇ ਬੈਠ ਗਏ ਨੇ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਸਰਕਾਰ ਦੇ ਸਾਹਮਣੇ ਅੜ ਗਈ ਨੇ। ਬੀਤੇ ਦਿਨੀ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵੱਲੋਂ ਪਟਿਆਲਾ ਪਾਵਰਕੌਮ ਦਫ਼ਤਰ ਮੂਹਰੇ ਧਰਨਾ ਲਗਾ ਦਿੱਤਾ ਗਿਆ। ਨਾਲ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਉਹਨਾਂ ਦੇ ਨਾਲ ਸਾਂਝੇ ਮੋਰਚੇ ਦੇ ਕਈ ਸਿਆਸੀ ਆਗੂ ਵੀ ਮਰਨ ਵਰਤ ਤੇ ਬੈਠ ਗਏ ਨੇ। ਇਸ ਦਰਮਿਆਨ ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਾਡਾ ਮਰਨ ਵਰਤ ਜਾਰੀ ਰਹੇਗਾ, ਭਾਵੇਂ ਇਸ ਦੇ ਲਈ ਜਿੰਨੀਆਂ ਮਰਜ਼ੀ ਕੁਰਬਾਨੀਆਂ ਕਿਉਂ ਨਾ ਕਰਨੀਆਂ ਪੈਣ। ਸਰਕਾਰ ਦੀ ਲੋਕਾਂ ਪ੍ਰਤੀ ਜਾਂ ਪਾਵਰਕੌਮ ਦੀ ਲੋਕਾਂ ਪ੍ਰਤੀ ਜਿੰਨੀ ਕੁ ਸੀਰੀਅਸਨੈਸ ਅਸੀਂ ਦੇਖ ਰਹੇ ਹਾਂ, ਜਿਸ ਦਿਨ ਸਾਡੀ ਮੀਟਿੰਗ ਹੋਈ 25 ਤਰੀਕ ਨੂੰ ਕਮਿਟਡ ਸੀ ਸਰਕਾਰ ਸਾਡੇ ਨਾਲ ਕਿ ਇਹਨਾਂ ਨੂੰ ਬੁਲਾਵਾਂਗੇ, ਲੇਕਿਨ ਪਾਵਰਕੌਮ ਨਹੀਂ ਗਿਆ ਉੱਥੇ ਮੀਟਿੰਗ ਦੇ ਵਿੱਚ। ਜੇ ਪਾਵਰਕੌਮ ਮੀਟਿੰਗ ਦੇ ਵਿੱਚ ਨਹੀਂ ਜਾਂਦਾ ਤਾਂ ਸਾਨੂੰ ਸ਼ੰਕੇ ਉਦੋਂ ਹੀ ਜ਼ਾਹਰ ਹੋਣੇ ਸ਼ੁਰੂ ਹੋ ਗਏ ਸੀ ਕਿ ਇਹ ਮੰਨੀਆਂ ਜਾ ਚੁੱਕੀਆਂ ਮੰਗਾਂ ਤੋਂ ਭੱਜਣ ਦਾ ਇੱਕ ਇਹਨਾਂ ਦਾ ਮਨ ਬਣ ਚੁੱਕਿਆ, ਉਹਨਾਂ ਤੋਂ ਭੱਜ ਰਹੇ ਨੇ। ਹੁਣ ਸਵਾਲ ਇਹ ਹੈ ਕਿ ਚੈਨਲਾਂ ਦੇ ਉੱਤੇ ਬੋਲ ਕੇ, ਪ੍ਰੈਸ ਕਾਨਫਰੰਸਾਂ ਦੇ ਵਿੱਚ ਬੋਲ ਕੇ ਕਿ ਅਸੀਂ ਲੋਕਾਂ ਦੀਆਂ ਮੰਗਾਂ ਮੰਨ ਲਈਆਂ ਔਰ ਚੰਗੇ ਬਣ ਕੇ ਗਏ ਨੇ ਜੀ, ਦੇਖੋ ਆਹ ਅਸੀਂ ਤਾਂ ਮੰਗਾਂ ਮੰਨ ਲਈਆਂ, ਸਾਰੀਆਂ ਮੰਗਾਂ ਕਿਸਾਨਾਂ ਦੀਆਂ ਮੰਨ ਲਈਆਂ, ਤੇ ਜੇ ਉਹਨਾਂ ਨੂੰ ਲਾਗੂ ਕਰਨ ਦੀ ਗੱਲ ਆਈ ਹੈ ਤੇ ਉੱਥੇ ਟਾਲ ਮਟੋਲ ਦੀ ਨੀਤੀ ਅਖਤਿਆਰ ਕੀਤੀ ਜਾ ਰਹੀ ਹੈ, ਤਾਂ ਫਿਰ ਸਪਸ਼ਟ ਹੈ ਕਿ ਸਾਨੂੰ ਇਹਦੇ ਤੇ ਕੋਈ ਨਾ ਕੋਈ ਸਖਤ ਐਕਸ਼ਨ ਲੈਣਾ ਪੈਣਾ ਸੀ। ਆਪਾਂ ਮਰਨ ਵਰਤ ਤੇ ਬੈਠੋ, ਹੁਣ CMD ਦਾ ਜਦੋਂ ਜੀ ਕੀਤਾ ਉਦੋਂ ਆ ਜੇ, ਸਰਕਾਰ ਦਾ ਜਦੋਂ ਜੀ ਕੀਤਾ ਉਦੋਂ ਮੰਗ ਮੰਨ ਲੇ, ਨਹੀਂ ਮੰਨਣੀ ਤਾਂ ਨਾ ਮੰਨੇ। ਇਹ ਹੁਣ ਸਰਕਾਰ ਦੀ ਮਰਜ਼ੀ ਤੇ ਖੜੀਆਂ ਗੱਲਾਂ, ਤੋਂ ਇਸ ਕਰਕੇ ਮਰਨ ਵਰਤ ਦਾ ਸਟੈਪ ਸਾਨੂੰ ਤਾਂ ਚੱਕਣਾ ਪਿਆ, ਔਰ ਉਹ ਮੋਰਚੇ ਨੇ ਫੈਸਲਾ ਲੈ ਕੇ ਚੱਕਿਆ, ਔਰ ਉਨੀ ਦੇਰ ਤੱਕ ਸਾਡਾ ਇਹ ਜਾਰੀ ਰਹੇਗਾ ਜਿੰਨੀ ਦੇਰ ਤੱਕ ਸਰਕਾਰ ਇਹਨਾਂ ਮੰਗਾਂ ਨੂੰ ਲਾਗੂ ਨਹੀਂ ਕਰਦੀ। ਆਹ ਦੇਖੋ ਗੇਟ ਬੰਦ ਨੇ, ਗੇਟ ਦਾ ਸਦਾ ਘਿਰਾਓ ਜਾਰੀ ਹੈ, ਘਿਰਾਓ ਜਾਰੀ ਰਹੇਗਾ। ਇਹ ਜ਼ਰੂਰ ਹੈ ਗੱਲ ਕਿ ਮੋਰਚੇ ਨੂੰ ਹੋਰ ਰੂਪ ਕਿਹੋ ਜਿਹਾ ਦੇਣਾ ਹੈ, ਕੱਲ੍ਹ ਨੂੰ ਕੀ ਦੇਣਾ ਹੈ, ਪਰਸੋਂ ਕੀ ਕਰਨਾ ਹੈ, ਉਹਦੇ ਬਾਰੇ ਮੋਰਚੇ ਦੀ ਟੀਮ ਬੈਠ ਕੇ ਮੀਟਿੰਗ ਕਰਦੀ ਰਹੇਗੀ। ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਤੋਂ ਸੱਤਾ ਵਿੱਚ ਆਏ ਨੇ, ਉਦੋਂ ਤੋਂ ਕਿਸਾਨਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਹੌਲੀ-ਹੌਲੀ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੈਤਿਕਤਾ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ। ਪਰ ਮੰਗਾਂ ਪੂਰੀਆਂ ਨਾ ਹੁੰਦੀਆਂ ਵੇਖ ਕੇ ਕਿਸਾਨਾਂ ਨੇ ਇੱਕ ਵਾਰ ਫਿਰ ਸੜਕਾਂ ਤੇ ਧਰਨਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਰਾਜਕੁਮਾਰ ਹੰਸ ਨੇ ਮੰਗ ਰੱਖੀ ਹੈ ਕਿ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ SC/ST ਤਹਿਤ ਮਾਮਲਾ ਦਰਜ ਕੀਤਾ ਜਾਵੇ। ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਨੇ, ਕਿਉਂਕਿ ਹੁਣ ਉਹਨਾਂ ਖਿਲਾਫ SC/ST ਐਕਟ ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਦਰਅਸਲ ਪਿਛਲੇ ਦਿਨੀ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਜਿੱਤ ਕੇ ਬਣੀ ਦਲਿਤ MLA ਸਾਹਿਬਾਨਾਂ ਤੇ ਇੱਕ ਟਿੱਪਣੀ ਕੀਤੀ ਸੀ, ਜਿਸ ਦਾ ਵਿਰੋਧ ਕਰਦੇ ਹੋਏ SC ਕਮਿਸ਼ਨ ਦੇ ਸਾਬਕਾ ਮੈਂਬਰ ਰਾਜਕੁਮਾਰ ਹੰਸ ਨੇ ਪ੍ਰਤਾਪ ਸਿੰਘ ਬਾਜਵਾ ਤੇ SC/ST ਐਕਟ ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਪਿਛਲੇ ਦਿਨੀ ਜਿਹੜਾ ਕਿ ਪੰਜਾਬ ਦੇ ਅੰਦਰ ਸੋਸ਼ਲ ਮੀਡੀਆ ਤੇ ਕਾਂਗਰਸ ਦੇ ਆਪੋਜੀਸ਼ਨ ਦੇ ਲੀਡਰ
ਜਿਹੜੇ ਕਿ ਪ੍ਰਤਾਪ ਸਿੰਘ ਬਾਜਵਾ ਜੀ ਨੇ ਆਮ ਆਦਮੀ ਪਾਰਟੀ ਦੇ ਐਮਐਲਏਆਂ ਦੇ ਖਿਲਾਫ, ਦਲਿਤ ਐਮਐਲਏਆਂ ਦੇ ਖਿਲਾਫ ਜਿਹੜੀ ਕਾਨੂੰਨੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ਉਸ ਕਾਨੂੰਨੀ ਸ਼ਬਦਾਵਲੀ ਲਈ ਜਿੱਥੇ ਆਮ ਆਦਮੀ ਪਾਰਟੀ ਨੇ ਵੀ ਕਾਨਫਰੰਸ ਕੀਤੀ ਤੇ ਉਹਨਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਕੋ ਜੇ ਗਲਤੀ ਹੋ ਗਈ ਹੈ ਤੇ 1 ਹਫ਼ਤੇ ਦੇ ਅੰਦਰ ਅੰਦਰ ਮਾਫੀ ਮੰਗ ਲਵੇ। तो ਅਸੀਂ ਵੀ ਇਸ ਗੱਲ ਦੀ ਵੇਟ ਕਰਦੇ ਸੀ ਜੇ ਪ੍ਰਤਾਪ ਸਿੰਘ ਬਾਜਵਾ ਆਪਣੀ ਗਲਤੀ ਦੀ ਮਾਫੀ ਮੰਗਦਾ ਤੇ ਉਸ ਨੂੰ ਮਾਫ ਕਰ ਦੇਣਾ ਚਾਹੀਦਾ ਹੈ, ਪਰ ਉਸ ਹੰਕਾਰੇ ਹੋਏ ਆਦਮੀ ਨੇ ਆਪਣੀ ਗਲਤੀ ਦੀ ਮਾਫੀ ਨਾ ਮੰਗਦੇ ਹੋਏ ਕੱਲ ਪੰਜਾਬ ਪ੍ਰੈਸ ਕਲੱਬ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਜਿਸ 'ਚ ਕਿਹਾ ਮੈਂ ਕਦੀ ਵੀ ਮਾਫੀ ਨਹੀਂ ਮੰਗਾਂਗਾ, ਮੈਂ ਕੁਝ ਕੀਤਾ ਹੀ ਨਹੀਂ। ਸੋਸ਼ਲ ਮੀਡੀਆ ਸਾਫ਼ ਕਲੀਅਰ ਹੋ ਰਿਹਾ। तो ਅੱਜ ਪ੍ਰੈਸ ਕਾਨਫਰੰਸ ਦੇ ਰਾਹੀਂ ਮੈਂ ਇਹ ਦੱਸਿਆ ਕਿ ਐਟਰੋਸਿਟੀ ਐਕਟ 1989 ਦੇ ਅੰਦਰ ਗਵਰਨਮੈਂਟ ਆਫ ਇੰਡੀਆ ਕਾਂਗਰਸ ਨੇ ਬਣਾਇਆ ਸੀ, ਜਿਹਦੇ 'ਚ ਇਹ ਤੋਂ ਲੈ ਕੇ ਜਦ ਤਾਈਂ 26 ਤਰ੍ਹਾਂ ਦੀ ਸਬ ਕਲੌਜ਼ਸ ਹੁੰਦੀ ਹੈ ਔਰ ਇਹਨਾਂ ਵਿੱਚ ਸੈਕਸ਼ਨ 3 ਦੇ ਅੰਦਰ ਸਬ ਕਲਾਸ ਆਰ ਆਉਂਦੀ ਹੈ ਜਿਹਦੇ ਵਿੱਚ ਇੰਟੈਂਸ਼ਨਲੀ ਜਿਸ ਬੰਦੇ ਦੀ ਮਾਨਸਿਕਤਾ ਮਾੜੀ ਹੁੰਦੀ ਹੈ, ਸ਼ਡਿਊਲ ਕਾਸਟ ਨੂੰ ਪਬਲਿਕ ਪਲੇਸ ਤੇ ਕੋਈ ਜਲੀਲ ਕਰਦਾ ਹੈ, ਮਾੜੇ ਸ਼ਬਦਾਂ ਦੀ ਵਰਤੋਂ ਕਰਦਾ ਹੈ ਤਾਂ ਉਸ ਤੇ ਐਸਸੀ ਐਕਟ ਦੇ ਲੱਗਣਾ ਬਣਦਾ ਹੈ। ਤਾਂ ਸੋਮਵਾਰ ਨੂੰ ਇਸ ਪੰਜਾਬ ਦੇ ਸਾਡੇ ਡੀਜੀਪੀ ਸਾਹਿਬ ਜਿਹੜੇ ਕਿ ਆਪਣੇ ਗੌਰਵ ਜਾਦਵ ਜੀ, ਜਿਹੜੇ ਕਿ ਪਹਿਲਾਂ ਵੀ ਕਈ ਕੇਸਾਂ 'ਚ ਮੈਂ ਦੇਖਿਆ ਬਹੁਤ ਹੀ ਨਿਸ਼ਪਕਸ਼ ਤਰੀਕੇ ਨਾਲ ਕਰਦੇ ਨੇ, ਕੰਮ ਕਰਦੇ ਨੇ, ਸੋਮਵਾਰ ਨੂੰ ਉਹਨਾਂ ਨੂੰ ਐਪਲੀਕੇਸ਼ਨ ਦੇ ਤੇ ਪ੍ਰਤਾਪ ਸਿੰਘ ਬਾਜਵਾ ਜੀ ਤੇ ਐਸਸੀ ਐਕਟ ਦਾ ਪਰਚਾ ਦਰਜ ਕਰਵਾ ਕੇ ਗ੍ਰਿਫਤਾਰੀ ਦੀ ਮੰਗ ਕਰਾਂਗੇ। ਉੱਥੇ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਵਿੱਚ ਪ੍ਰੈਸ ਨੂੰ ਸੰਬੋਧਨ ਕਰਦਿਆਂ ਹੁਸ਼ਿਆਰਪੁਰ ਦੇ ਚੱਬੇਵਾਲ ਤੋਂ ਵਿਧਾਇਕ ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਉਹਨਾਂ ਨੇ ਅਜਿਹੇ ਕੋਈ ਗਲਤ ਸ਼ਬਦ ਇਸਤੇਮਾਲ ਨਹੀਂ ਕੀਤੇ ਜਿਸ ਨਾਲ ਭਾਈਚਾਰੇ ਨੂੰ ਬੁਰਾ ਲੱਗਿਆ ਹੋਵੇ। ਜੇ ਗ੍ਰਿਫਤਾਰੀ ਨਹੀਂ ਹੁੰਦੀ ਤੇ ਇਸੇ ਐਟਰੋਸਿਟੀ ਐਕਟ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਲਿਖਿਆ ਹੈ ਇਹਦੇ ਸੈਕਸ਼ਨ 4 ਦੇ ਅੰਦਰ ਆਂਦਾ ਹੈ ਪਨਿਸ਼ਮੈਂਟ ਫਾਰ ਨੈਗਲੈਕਟ ਆਫ ਡਿਊਟੀ। ਜਿਹੜਾ ਅਧਿਕਾਰੀ ਆਪਣੀ ਡਿਊਟੀ 'ਚ ਕੋਤਾਹੀ ਕਰੇਗਾ, ਐਸਸੀ ਦੀ ਕੰਪਲੇਂਟ ਤੇ ਕਾਰਵਾਈ ਨਹੀਂ ਕਰੇਗਾ, ਪੈਂਡਿੰਗ ਰੱਖੇਗਾ, ਉੱਤੇ ਵੀ ਐਸਸੀ ਐਕਟ ਲਗਾਉਣਾ ਬਣਦਾ, ਚਾਹੇ ਪੁਲਿਸ ਦਾ ਅਧਿਕਾਰੀ ਹੋਵੇ, ਚਾਹੇ ਪੰਜਾਬ ਦੇ ਕਿਸੇ ਵੀ ਫੀਲਡ ਦਾ ਅਧਿਕਾਰੀ ਹੋਵੇ, ਤਾਂ ਮਾਨਯੋਗ ਅਦਾਲਤ ਵਿੱਚ ਜਾ ਕੇ ਉਹਨਾਂ ਅਧਿਕਾਰੀਆਂ ਦੇ ਖਿਲਾਫ ਵੀ ਐਸਸੀ ਐਕਟ ਲਗਵਾਉਣ ਦੀ। ਇਸੇ ਦੌਰਾਨ ਰਾਜਕੁਮਾਰ ਹੰਸ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਬਾਜਵਾ ਦੇ ਦਲਿਤ ਐਮਐਲਏ ਸਾਹਿਬਾਨ ਦਾ ਮਜ਼ਾਕ ਉਡਾਏ ਜਾਣ ਦਾ ਕਿਸੇ ਵੀ ਪਾਰਟੀ ਨੇ ਵਿਰੋਧ ਨਹੀਂ ਕੀਤਾ, ਸਗੋਂ ਸਾਰੇ ਬਾਜਵਾ ਨੂੰ ਰੋਕਣ ਦੀ ਬਜਾਏ ਹੱਸ ਕੇ ਉਸ ਦਾ ਸਾਥ ਦੇ ਰਹੇ ਸੀ। ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੇ। ਸੰਗਰੂਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, ਹਾਰਡਕੋਰ ਅਪਰਾਧੀਆਂ ਲਈ ਲੁਧਿਆਣਾ 'ਚ ਬਣੇਗੀ ਡਿਜੀਟਲ ਜੇਲ੍ਹ। ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਦਾ ਹੈਰਾਨੀਜਨਕ ਖੁਲਾਸਾ, ਕਿਹਾ ਭਗਵੰਤ ਮਾਨ ਨੂੰ ਸੀਐਮ ਦੀ ਕੁਰਸੀ ਨਵਜੋਤ ਨੇ ਤੋਹਫੇ ਵਜੋਂ ਦਿੱਤੀ। ਚੰਡੀਗੜ੍ਹ ਨਗਰ ਨਿਗਮ 'ਚ ਹੋਈ ਬਹਿਸ ਤੇ ਬੋਲੇ ਐਮਪੀ ਕਰਨਖੇਰ, ਕਿਹਾ ਮੈਂ ਕਿਸੇ ਨੂੰ ਗਾਲਾਂ ਨਹੀਂ ਕੱਢੀਆਂ, ਆਪ ਆਗੂਆਂ ਨੇ ਪੀਐਮ ਨੂੰ ਕੱਢੀ ਸੀ ਗਾਲ। ਪੰਜਾਬੀ ਗਾਇਕ ਅਮਰਤ ਮਾਨ ਦੇ ਪਿਤਾ ਤੇ ਲੱਗੇ ਗੰਭੀਰ ਇਲਜ਼ਾਮ, ਜਾਲੀ ਐਸੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀ ਦਾ ਲਿਆ ਮਜ਼ਾ। ਅੱਜ ਦੇ ਪੰਜਾਬ ਬੁਲੇਟਿਨ ਵਿੱਚ ਇੰਨਾ ਹੀ। ਨਵੇਂ ਤੇ ਤਾਜ਼ਾ ਖਬਰਾਂ ਨਾਲ ਕੱਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।